ਘਰ ਵੀ ਸਖਤ ਕੌਣ ਸੀਗਾ, ਅੰਮੀ ਅੱਬੂ? ਵਾਲ ਸਾਹਿਬ ਮੇਰੇ ਜਿਹੜੇ ਸਨ ਉਹ ਹੈਗੇ ਸਨ ਰੇਲਵੇ 'ਚ, ਅਤੇ ਉਹ ਸਾਡੇ ਨਾਲ ਨਹੀਂ ਸਨ। ਉਹਨਾਂ ਦੀ ਡਿਊਟੀ ਕਰਾਚੀ ਵਗੈਰਾ, ਸੱਖਰ, ਰੋੜੀ, ਸਫ਼ਰ ਵਿੱਚ ਯਾਨੀ ਕਿ ਉਹ ਉਹਨਾਂ ਦੀ ਉੱਥੇ ਰਹਿ ਪੋਸਟਿੰਗ ਉੱਥੇ ਹੁੰਦੀ ਸੀ। ਅਸੀਂ ਗੁਜਰਾਣੇ ਬੱਚੇ ਬੁੱਚੇ ਸਾਰੇ, ਅਤੇ ਉਹ ਫਿਰ ਉੱਥੇ ਰਹਿੰਦੇ ਸਨ। ਉਹ ਕਦੀ ਕਦੀ ਉਹਨਾਂ ਨੇ ਛੁੱਟੀਆਂ 'ਚ ਆਉਣਾ। ਉਹ ਮੈਨੂੰ ਯਾਦ ਹੈ ਜਦੋਂ ਉਹਨਾਂ ਨੇ ਆਉਣਾ ਅਤੇ ਅੰਬਾਂ ਦੇ ਟੋਕਰੇ ਅਤੇ ਟੋਕਰੀਆਂ ਵੱਡੀਆਂ ਵੱਡੀਆਂ ਹੀ ਕਰਕੇ ਉਹ ਲੈ ਕੇ ਆਉਣਾ, ਅਤੇ ਉਹ ਸਾਲ ਦੇ ਵਿੱਚ ਮਹੀਨਾ ਡੇਢ ਮਹੀਨਾ ਜਦੋਂ ਛੁੱਟੀ ਲੈਣੀ ਅਤੇ ਉਦੋਂ ਆਉਣਾ। ਬਾਕੀ ਉਹ ਫਿਰ ਆਪਣੀ ਜੋਬ 'ਤੇ ਰੋੜੀ ਵਗੈਰਾ, ਸੱਖਰ, ਜੈਕ ਬਾਬਾ ਜੇ ਉਹ ਅਸੀਂ ਵਾਲਦਾ ਸਾਡੀ ਜੋ ਉਹਦੇ ਨਾਲ ਸਾਡਾ ਟਾਈਮ ਲੰਘਿਆ ਬਹੁਤ। ਅਤੇ ਉਹ ਕਾਫੀ ਸਖਤ ਸਨ। ਅੰਮੀ ਸਖਤ ਸੀ? ਸਖਤ ਵੀ ਸਨ, ਲੇਕਿਨ ਇਹ ਕਿ ਉਹ ਜ਼ਾਹਰ ਵਾਲਦਾ ਨੂੰ ਕੀ ਸਖਤ ਹੋਣਾ ਹੈ। ਉਹ ਪਿਆਰ ਵੀ ਤਾਂ ਉਨਾ ਹੀ ਸੀ। ਸਖਤੀ ਤਾਂ ਕਰਨੀ ਪੈਂਦੀ ਫਿਰ ਬੱਚਿਆਂ ਦੇ। ਸਾਡੇ ਕੋਲ ਸਪੈਸ਼ਲੀ ਸਾਡੇ ਵਰਗੇ ਬੱਚਿਆਂ ਦੇ ਜਿਨ੍ਹਾਂ ਨੇ ਯਾਨੀ ਕਿ ਫਿਲਮ ਵੇਖਣ ਗਏ ਹਾਂ ਪਹਿਲੀ ਵਾਰੀ। ਅੱਛਾ। ਮਹੱਲੇ ਦੇ 3-4 ਬੰਦੇ ਹਾਂਜੀ, 3-4 ਦੋਸਤ ਮੁੰਡੇ, ਦੱਸ ਕੇ ਨਹੀਂ ਗਏ। ਹੁਣ ਫਿਲਮ 3 ਘੰਟੇ ਦੀ ਹੁੰਦੀ ਮੈਕਸੀਮਮ, ਠੀਕ ਹੈ ਜੀ। ਉਦੋਂ ਫਿਲਮ ਦੇਖਣ ਗਏ ਹਾਂ 3-4 ਦੋਸਤ, ਠੀਕ ਹੈ ਜੀ। ਅਤੇ 4 ਵਜੇ ਤੋਂ ਲੈ ਕੇ ਅਤੇ ਤਕਰੀਬਨ 7 ਵਜੇ ਦਾ ਟਾਈਮ ਹੁੰਦਾ ਸੀ ਫਿਲਮ ਦਾ ਉਹਨਾਂ ਦਿਨਾਂ 'ਚ, ਠੀਕ ਹੈ ਜੀ। ਹੁਣ ਵੀ ਇਹੋ ਹੀ ਹੋਣਾ। ਅਤੇ 3 ਘੰਟੇ ਅਸੀਂ ਔਫ ਰਹੇ ਹਾਂ ਮਹੱਲੇ 'ਚੋਂ, ਅਤੇ ਤੁਸੀਂ ਯਕੀਨ ਕਰ ਲਓ ਵਾਪਸ ਆਏ ਨਾ ਜਿਸਲੇ, ਅਤੇ ਸਾਰੇ ਮਹੱਲੇ ਦੀਆਂ ਔਰਤਾਂ ਬੂਹੇ 'ਚ ਖੜ੍ਹੀਆਂ ਸਨ। ਸਾਰੇ ਮਹੱਲੇ ਦੀਆਂ, ਕਿਉਂਕਿ 3 ਮੁੰਡੇ ਤਾਂ ਵੈਸੇ ਸੀ, 3 ਮੁਖਤਲਿਫ ਘਰਾਂ 'ਚੋਂ ਗਏ ਸਨ। ਉਹ 3 ਘਰ ਤਾਂ ਹੈ ਹੀ ਸਨ, ਮੇਰੀ ਵਾਲਦਾ ਵੀ, ਉਹਦੀ ਵਾਲਦਾ ਵੀ, ਅਤੇ ਉਹਦੀ ਵਾਲਦਾ, ਠੀਕ ਹੈ। ਬਾਕੀ ਯਾਨੀ ਕਿ ਉਹ ਇੰਨਾ ਸੀ ਕਿ ਸਾਰੇ ਮਹੱਲੇ ਦੀ ਔਰਤਾਂ ਕਿੱਥੇ ਮੁੰਡੇ ਗਏ, ਕਿਤੇ ਗੁਆਚ ਕੋਈ ਲੈ ਕੀ ਹੋਇਆ, ਗੱਲ ਕੀ ਹੋਈ। ਅਤੇ ਉਹ ਸਾਰੇ ਇੰਨੀ ਮਾਰ ਪਈ, ਇੰਨੀਆਂ ਗਾਲਾਂ ਪਈਆਂ, ਸਾਰੇ ਮਹੱਲੇ ਨੇ ਸਾਨੂੰ ਯਾਨੀ ਕਿ ਵਿਜ਼ਿਟ ਕੀਤਾ ਉੱਥੇ ਵੀ ਤੁਸੀਂ ਬਗੈਰ ਦੱਸੇ ਗਏ ਕਿਉਂ ਫਿਲਮ ਵੇਖਣ। ਉਦੋਂ ਫਿਲਮ ਵੇਖਣ ਯਾਨੀ ਕਿ ਬੁਰੀ ਗੱਲ ਸੀ। ਆਸਿਫ ਭਾਈ, ਇਹ ਮੁਹੱਲਿਆਂ ਵਿੱਚ ਇਹ ਪਰੇਸ਼ਾਨੀ ਕਿੱਥੇ ਗੁੰਮ ਹੋ ਗਈ ਹੈ? ਬਸ ਇਹ ਰੇਸ ਲੱਗ ਗਈ। ਤੁਸੀਂ ਕੀ ਕਹਿ ਸਕਦੇ ਉਸ ਗੱਲ ਨੂੰ? ਪੈਸੇ ਦੀ ਕਹਿ ਲਓ, ਲਾਲਚ ਦੀ ਕਹਿ ਲਓ। ਹਰ ਬੰਦਾ ਅਸਲ ਦੇ ਵਿੱਚ ਨਾ ਇਹ ਜਿਹੜੀ ਸਹੂਲਤ ਹੁੰਦੀ ਨਾ, ਸਹੂਲਤ ਜਿਹੜੀ ਤਰੱਕੀ ਹੈ, ਇਹ ਤਰੱਕੀ ਜਿਹੜੀ ਨਾ ਇਹ ਕਿਸੇ ਮੈਨੇ 'ਚ ਬੜੀ ਅੱਛੀ ਚੀਜ਼ ਹੈ, ਲੇਕਿਨ ਇਹ ਤਾਂ ਬੜੇ ਆਫਟਰ ਇਫੈਕਟਸ ਨੇ, ਠੀਕ ਹੈ। ਖੌਫਨਾਕ ਪੈਕੇਜ ਵੀ ਹੈ ਨਾਲ, ਬੜਾ ਸਖਤ। ਇਹ ਮੋਬਾਇਲ ਤੁਸੀਂ ਦੇਖ ਲਓ, ਮੇਰੇ ਮੁੰਡੇ ਬੇਟੇ ਨੇ ਚਾਹੇ ਦੇਖੋ ਇਹ ਬੈਠਾ ਸਾਹਮਣੇ, ਇਹ ਗੱਲ ਹੀ ਨਹੀਂ ਕਰਦਾ 4-4 ਘੰਟੇ ਕਿਸੇ ਨਾਲ। ਇਹਨੂੰ ਪਤਾ ਨਹੀਂ ਹੁੰਦਾ ਘਰ ਕੌਣ ਆਇਆ ਅਤੇ ਕੌਣ ਗਿਆ। ਮੋਬਾਇਲ 'ਚ ਲੱਗਾ, ਹੈਂਡ ਫਰੀ ਲਾਈਏ, ਆਵਾਜ਼ਾਂ ਮਾਰੀ ਜੋ, ਨਾ ਕਿਸੇ ਨੂੰ ਪਤਾ ਹੀ ਨਹੀਂ ਕੌਣ ਘਰ ਬੈਠਾ ਹੈ। ਇਹ ਬੜੀ ਖਤਰਨਾਕ ਚੀਜ਼ ਹੈ। ਇਹਨੂੰ ਵੱਖਰੇ ਕਰਦੇ, ਇਕੱਲਾ ਕਰ ਦੇਗੀ ਸਾਰੇ ਨੂੰ। ਔਰ ਕਰ ਦਿੱਤਾ ਹੈ, ਉਹ ਕਰ ਵੀ ਦੇਗੀ, ਤੁਸੀਂ ਯਕੀਨ ਕਰ ਲਓ। ਮੈਂ ਇਸ ਗੱਲ ਨੂੰ ਕੋਈ ਅੱਛਾ ਨਹੀਂ ਸਮਝਦਾ। ਇਹ ਬੜੀ ਖਤਰਨਾਕ ਚੀਜ਼ ਹੈ। ਇਹਨੇ ਇੱਕ ਦੂਜੇ ਨੂੰ ਐਸੋਸੀਏਸ਼ਨ ਰਹਿਣ ਹੀ ਨਹੀਂ ਦੇਣੀ। ਵਰਨਾ ਮੈਨੂੰ ਯਾਦ ਹੈ ਕਿ ਮੇਰੇ ਮਾਮੂ ਸਨ, ਠੀਕ ਹੈ ਜੀ, ਗੁਜਰਾਂਵਾਲੇ, ਅਤੇ ਮੈਂ ਅੱਜ ਵੀ ਇੱਥੇ ਮੁੰਡਿਆਂ ਨੂੰ ਕਹਿੰਦਾ ਰਹਿੰਦਾ। ਮੈਂ ਕਹਿੰਦਾ ਯਾਰ ਮੈਂ ਇੱਕ ਦਿਨ ਉਹਨਾਂ ਦੇ ਘਰ ਗਿਆ, ਅਤੇ ਉਹ ਵੀ 4 ਭਰਾ ਸਨ, 4-5 ਭਰਾ ਸਨ, ਠੀਕ ਹੈ। ਅਤੇ ਇੱਕੋ ਇੰਝ ਕਰਕੇ ਵੱਡੀ ਸਾਰੀ ਪਰਾਤ ਦੇ ਵਿੱਚ ਉਹਨਾਂ ਨੇ ਦਾਲ ਚੌਲ ਪਾਏ ਨੇ, ਅਤੇ ਇਕੱਠੇ ਬਹਿ ਕੇ ਉਹਦੇ 'ਚ ਖਾ ਰਹੇ ਨੇ, ਇੱਕੋ ਪਰਾਤ 'ਚ। ਅਤੇ ਹੁਣ ਤਾਂ ਮੈਨੂੰ ਬੜਾ ਦਿਲ ਕਰਦਾ, ਲੇਕਿਨ ਉਹ ਇਕੱਠੇ ਹੁੰਦੇ ਹੀ ਨਹੀਂ। ਕੋਈ ਕਿਸੇ ਆਪਣੇ ਕਮਰੇ 'ਚ ਬੈਠੇ, ਕਿਸੇ ਕਿਧਰ ਬੈਠੇ, ਉੱਥੇ ਰੋਟੀ ਮੰਗਾ ਰਹੇ, ਉੱਥੇ ਨਾਸ਼ਤੇ ਮੰਗਾ ਰਹੇ, ਉੱਥੇ ਚਾਹ ਮੰਗਾ ਰਹੇ, ਇਕੱਠੇ ਹੁੰਦੇ ਹੀ ਨਹੀਂ। ਵੇਲ ਹੀ ਨਹੀਂ ਉਹਨਾਂ ਦੀ ਆਪਣੀ ਯਾਨੀ ਕਿ ਮਸਰੂਫੀਅਤ ਹੀ ਇੰਨੀ। ਸਾਰੇ ਹੁਣ ਬੰਦਾ ਉਹਦੇ 'ਚ ਵੜ ਗਿਆ, ਹਰ ਕੰਮ 'ਚ ਉਹਦੇ 'ਚ ਹੋ ਗਿਆ। ਤੁਹਾਡੀ ਜਿਹੜੀ ਜੋਬ ਹੈ ਉਹ ਵੀ ਉਹਦੇ 'ਚ ਹੀ ਹੈ, ਤੁਹਾਡੀ ਜਿਹੜੀ ਸਟੱਡੀ ਉਹ ਵੀ ਉਹਦੇ 'ਚ ਹੀ ਹੈ। ਇਹ ਨਹੀਂ ਕਿ ਉਹ ਕੋਈ ਗਲਤ ਕੰਮ ਕਰ ਰਿਹਾ, ਇਹ ਨਹੀਂ ਮੈਂ ਕਹਿ ਰਿਹਾ ਕਿ ਉਹ ਗਲਤ, ਲੇਕਿਨ ਉਹ ਹਰ ਚੀਜ਼ ਉਹਦੇ 'ਚ ਆ ਗਈ ਹੈ ਮੋਬਾਇਲ 'ਚ। ਉਹ ਤੁਹਾਡੀ ਮਜਬੂਰੀ ਬਣ ਗਿਆ। ਹੁਣ ਤੁਸੀਂ ਸਟੱਡੀ ਕਰ ਰਹੇ ਹੋ ਤਾਂ ਵੀ ਤੁਸੀਂ ਮੋਬਾਇਲ 'ਤੇ ਉਹ ਨੋਟਸ ਚੈੱਕ ਕਰ ਰਹੇ ਹੋ, ਉੱਥੇ ਪੜ੍ਹ ਰਹੇ ਹੋ, ਸਾਰਾ ਕੁਛ ਆ ਰਿਹਾ। ਤੁਸੀਂ ਵੈਸੇ ਐਂਟਰਟੇਨ ਹੋ ਰਹੇ ਅਤੇ ਉਹ ਤਾਂ ਹੈ ਹੀ ਉਹ ਫਿਰ, ਠੀਕ ਹੈ ਜੀ। ਕੋਈ ਜੋਬ ਹੈ ਤੁਹਾਡੀ ਔਨਲਾਈਨ, ਉਹੀ ਤਾਂ ਮੈਂ ਕਹਿ ਰਿਹਾ ਇਹ ਕੋਈ ਅੱਛੀ ਚੀਜ਼ ਨਹੀਂ ਹੈਗੀ ਏਡੀ ਤਰੱਕੀ।